ਦੇਹ ਛਜੰਦੜੀ ਊਣ ਮਜੂਣਾ, ਗੁਰ ਸੱਜਣ ਜੀ ਉਤਰ ਆਇਆ। ਮਾਨਵ ਜਾਤੀ ਦਾ ਮਨ ਕਾਬੂ ਵਿੱਚ ਨਹੀਂ ਆ ਰਿਹਾ। ਇਸ ਦੇ ਭਟਕਣ ਰੂਪੀ ਤ੍ਰਿਸ਼ਨਾ ਵਸ ਰਹੀ ਹੈ। ਇਹ ਇੱਛਾਵਾਂ ਤੇ ਕਾਮਨਾਵਾਂ ਕਾਰਨ ਇਹ ਟਿਕ ਨਹੀਂ ਸਕਦਾ, ਭਟਕਦਾ ਰਹਿੰਦਾ ਹੈ। ਬੜਾ ਹੀ ਤੀਬਰ ਜਜ਼ਬਾ ਜਾਂ ਵਿਕਾਰ ਕ੍ਰੋਧ ਵੀ ਇਸ ਵਿੱਚ ਵਸਦਾ ਹੈ, ਜਿਸ ਨੇ ਹਰ ਪ੍ਰਕਾਰ ਦੀ ਸੁੱਧ ਜਾਂ ਅਕਲ ਨੂੰ ਨਾਸ਼ ਕਰਕੇ ਇਹ ਮੁੱਲਕ ਰਤਨ ਰੂਪ ਗਿਆਨ ਨੂੰ ਸਭ ਪਾਸੋਂ ਖੋਹ ਲਿਆ ਹੈ। ਭਾਵ ਕ੍ਰੋਧ ਵਿੱਚ ਆਇਆ ਮਾਨਵ ਸਭ ਅਕਲ ਸ਼ੁੱਧ ਨੂੰ ਛਿੱਕੇ ਟੰਗ ਕੇ ਮਹਾਘੋਰ ਪਾਪ ਕਰ ਦਿੰਦਾ ਹੈ। ਜੋਗੀ ਲੋਕ ਬੜੇ ਯਤਨ ਕਰਦੇ, ਗੁਣਵਾਨ ਲੋਕ ਗੁਣਾਂ ਦਾ ਵਰਣਨ ਕਰਕੇ ਹਾਰ ਗਏ ਹਨ, ਪਰ ਇਹ ਚੰਚਲ ਮਨ ਕਾਬੂ ਵਿੱਚ ਨਹੀਂ ਆਉਂਦਾ। ਪਰ ਜਦੋਂ ਪਰਮ ਪੁਰਖ ਪਰਮਾਤਮਾ ਦਇਆਲ ਹੁੰਦਾ ਹੈ ਤਾਂ ਮਨ ਨੂੰ ਵਸ ਵਿੱਚ ਕਰਨ ਦੀਆਂ ਸਭ ਜੁਗਤਾਂ ਵਿਧੀਆਂ ਆ ਜਾਂਦੀਆਂ ਹਨ। ਪਰਮਾਤਮਾ ਦੀ ਸ਼ਰਨ ਵਿੱਚ ਹੀ ਸ਼ਾਂਤੀ ਹੈ, ਟਿਕਾਊ ਹੈ। ਵੇਦ ਪੁਰਾਣ ਪੜ੍ਹਨ ਸੁਣਨ ਦਾ ਇਹੀ ਲਾਭ ਹੈ ਕਿ ਪ੍ਰਾਣੀ ਪਰਮਾਤਮਾ ਦੀ ਭਗਤੀ ਕਰੇ, ਨਾਮ ਸਿਮਰੇ। ਸਵਰਗ ਨਰਕ, ਅੰਮ੍ਰਿਤ ਬਿਖ, ਸੋਨਾ ਅਤੇ ਪੈਸਾ, ਮਾਇਆ, ਉਸਤਤ, ਨਿੰਦਾ ਜਿਸ ਪ੍ਰਾਣੀ ਲਈ ਬਰਾਬਰ ਹਨ ਤੇ ਜਿਸ ਨੂੰ ਲੋਭ, ਮੋਹ, ਦੁੱਖ, ਸੁੱਖ, ਕਾਮ, ਕ੍ਰੋਧ ਬਣ ਨਹੀਂ ਸਕਦੇ, ਭਾਵ ਜਿਸ ਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹੀ ਮਹਾਂਪੁਰਖ ਬ੍ਰਹਮ ਗਿਆਨੀ ਹੈ। ਉਸ ਨੂੰ ਮੁਕਤ ਸਮਝੋ। ਇਹ ਮੁਕਤੀ ਇਕੱਲਿਆਂ ਜਪ ਤਪ ਕੀਤਿਆਂ ਨਹੀਂ ਮਿਲਦੀ, ਕਿਸੇ ਪੂਰਨ ਮਹਾਂਪੁਰਖ ਦੀ ਸ਼ਰਨ ਵਿੱਚ ਆਇਆ ਮਿਲਦੀ ਹੈ। ਕਿਉਂਕਿ ਅਣਜਾਣੇ ਪਾਂਧੀ ਨੂੰ ਬਿਨਾਂ ਦੱਸੇ ਅਸਲੀ ਮੰਜ਼ਿਲ ਦਾ ਮਾਰਗ ਨਹੀਂ ਮਿਲਦਾ। ਬਾਬਾ ਜੀ ਮਹਾਹਰਨਾਮ ਸਿੰਘ ਜੀ ਟਿੱਲੇ ਉੱਪਰ ਬੈਠੇ ਸਭ ਤਰ੍ਹਾਂ ਦੇ ਪ੍ਰਾਣੀਆਂ ਦੀਆਂ ਦੁਨਿਆਵੀ ਅਤੇ ਪਰਮਾਰਥ ਲੋੜਾਂ ਦੀ ਪੂਰਤੀ ਕਰਦੇ ਰਹੇ ਹਨ। ਕੋਈ ਨਿਰਾਸ਼ ਨਹੀਂ ਮੁੜਦਾ। ਇੱਕ ਸੰਤ ਮੰਡਲੀ ਬਾਬਾ ਜੀ ਕੋਲ ਆ ਕੇ ਠਹਿਰੀ ਸੀ। ਉਹਨਾਂ ਵਿੱਚ ਇੱਕ ਸੰਤ ਧੰਨਾ ਸਿੰਘ ਨਾਮ ਦੇ ਸਾਧੂ ਸਨ, ਜੋ ਰੌਲਾ ਹੇੜੀ ਪਿੰਡ ਨੇੜੇ ਅਹਿਮਦਗੜ੍ਹ ਮੰਡੀ ਦੇ ਸਨ। ਵਿਦਿਆ ਪੜ੍ਹ ਕੇ ਵੀ ਮੰਡਲੀ ਦੇ ਨਾਲ ਵਿਚਰਦੇ ਸਨ। ਵਿਦਵਾਨ ਬਣ ਕੇ ਵੀ ਸਿਮਰਨ ਅਭਿਆਸ ਨਹੀਂ ਛੱਡਿਆ, ਸਿਮਰਨ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ ਤਾਂ ਸੰਤ ਧੰਨਾ ਸਿੰਘ ਜੀ ਟਿੱਲੇ ਦੇ ਪਿੱਛੇ ਵਾਲੇ ਤਲਾਬ ਛੱਪੜ ਵਿੱਚ ਇਸ਼ਨਾਨ ਕਰਨ ਗਏ। ਹਜੂਰ ਟਿੱਲੇ ਉੱਪਰ ਟਹਿਲ ਰਹੇ ਸਨ। ਜਦੋਂ ਉਹਨਾਂ ਨੇ ਪਾਣੀ ਨੂੰ ਹਿਲਾਇਆ ਤਾਂ ਬਾਬਾ ਜੀ ਨੂੰ ਆਵਾਜ਼ ਸੁਣੀ ਤਾਂ ਹਜੂਰ ਨੇ ਸੰਸਕ੍ਰਿਤ ਦਾ ਸ਼ਲੋਕ ਉਚਾਰਿਆ, ਜਿਸ ਦਾ ਅਰਥ ਸੀ, ਜਿਸ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਪੂਰੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਉੱਤਰ ਵਿੱਚ ਸੰਤ ਧੰਨਾ ਸਿੰਘ ਨੇ ਵੀ ਸੰਸਕ੍ਰਿਤ ਸ਼ਲੋਕ ਪੜ੍ਹਿਆ, ਜਿਸ ਦਾ ਭਾਵ ਸੀ, ਕੋਈ ਕਲਯੁਗ ਵਿੱਚ ਐਸਾ ਸਮਰੱਥ ਹੈ ਜੋ ਉਸ ਨੂੰ ਮਿਲ ਸਕਦਾ ਹੈ, ਜਿਸ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਬਾਬਾ ਜੀ ਨੇ ਫਿਰ ਬਚਨ ਕੀਤਾ, ਕੋਈ ਮਹਾ ਜਿਗਿਆਸੂ ਜਨ ਹੋਵੇ ਜੋ ਹਰ ਬਚਨ ਸਤ ਕਰਕੇ ਮੰਨੇ ਤਾਂ ਮਿਲ ਸਕਦਾ ਹੈ। ਫਿਰ ਮੁਸਕਰਾ ਕੇ ਬਚਨ ਕੀਤਾ, ਬੇਸ਼ੱਕ ਸ਼ਰਤ ਲਾ ਲਓ। ਬਸ ਇਤਨਾ ਇਸ਼ਾਰਾ ਮਿਲਣ ਦੀ ਦੇਰ ਸੀ। ਝੱਟ ਸੰਤ ਧੰਨਾ ਸਿੰਘ ਹਜੂਰ ਦੇ ਚਰਨਾਂ ਨਾਲ ਆ ਜੁੜੇ, ਕਿਉਂਕਿ ਉਹਨਾਂ ਨੂੰ ਤਾਂ ਇਹੀ ਮੰਜ਼ਿਲ ਦੀ ਭਾਲ ਸੀ। ਬਾਣੀ ਵਿੱਚ ਫਰਮਾਨ ਹੈ, ਤਾਂ ਤੇ ਬਿਲਮ ਪਲ ਢਿਲ ਨਾ ਕੀਜੈ, ਜਾਏ ਸਾਧੂ ਚਰਨ ਲਗੀਜੈ। ਮਹਾਂਪੁਰਖ ਤੇ ਬਹੁਤ ਹਨ, ਪੂਜਨੀਕ ਵੀ ਹਨ, ਪਰ ਬਾਬਾ ਸੰਤ ਮਹਾਹਰਨਾਮ ਸਿੰਘ ਜੀ ਵਰਗੇ ਵਿਰਲੇ ਹੀ ਹਨ, ਜੋ ਸਾਧੂਆਂ ਨੂੰ ਵੀ ਤਾਕਤਾਂ ਬਖਸ਼ਦੇ ਸਨ। ਮਹਾਂਪੁਰਖ ਸੇਵਕ ਲਈ ਉਹੀ ਹੈ ਜੋ ਗੁਰੂ ਨਾਨਕ ਨਾਲ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ, ਮਿਲਾਪ ਕਰਾਵੇ, ਬੰਦਗੀ ਦਾ ਰਸਤਾ ਦੱਸੇ। ਉਸ ਦੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੋਵੇ, ਪਰਮਾਤਮਾ ਦੀ ਝਲਕ ਨਜ਼ਰ ਆਵੇ।
ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਹੁਣ ਸੰਤ ਧੰਨਾ ਸਿੰਘ ਜੀ ਟਿੱਲੇ ਉੱਪਰ ਆ ਗਏ, ਚਰਨਾਂ ਤੇ ਮੱਥਾ ਟੇਕਿਆ ਤੇ ਹੁਕਮ ਦੀ ਉਡੀਕ ਵਿੱਚ ਖੜੋ ਗਏ। ਬਾਬਾ ਜੀ ਨੇ ਹੁਕਮ ਕੀਤਾ, ਤੁਹਾਨੂੰ ਹੁਕਮ ਵਿੱਚ ਰਹਿਣਾ ਪਵੇਗਾ। ਹੁਕਮ ਤੇ ਵਿਧੀ ਅਨੁਸਾਰ ਨਿਤਨੇਮ ਕਰਨਾ ਪਵੇਗਾ। ਇੱਕ ਦਿਨ ਨਗਰ ਵਿੱਚੋਂ ਪ੍ਰਸ਼ਾਦਾ ਮੰਗ ਕੇ 7 ਦਿਨ ਉਸ ਨਾਲ ਹੀ ਨਿਰਵਾਹ ਕਰਨਾ ਪਵੇਗਾ। ਦਿਨ ਰਾਤ ਸਿਮਰਨ ਵਿੱਚ ਬਤੀਤ ਕਰਨਾ ਹੋਵੇਗਾ। ਸੰਤ ਧੰਨਾ ਸਿੰਘ ਜੀ ਨੇ 7 ਬਚਨ ਕਹਿ ਕੇ ਸਿਰ ਝੁਕਾ ਦਿੱਤਾ। ਮਹਾਂਪੁਰਖਾਂ ਦੀ ਕਿਰਪਾ ਦੁਆਰਾ ਅਟੁੱਟ ਸਿਮਰਨ ਚੱਲਦਾ ਰਿਹਾ। ਫਿਰ ਐਸੀ ਅਵਸਥਾ ਬਣ ਗਈ ਕਿ ਮਨ ਟਿਕ ਗਿਆ। ਫਰਮਾਨ ਹੈ, ਗੁਰ ਸਾਖੀ ਅੰਤਰ ਜਾਗੀ, ਤਾ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾ ਮਿਟਿਆ ਸਗਲ ਅੰਧਿਆਰਾ। ਹੁਣ ਜਦ ਇਮਤਿਹਾਨ ਵਿੱਚ ਪਾਸ ਹੋਏ ਤਾਂ ਬਾਬਾ ਜੀ ਨੇ ਹੁਕਮ ਦਿੱਤਾ, ਹੁਣ ਆਪਣਾ ਸਥਾਨ ਬਣਾਓ ਤੇ ਉੱਥੇ ਟਿਕੋ। ਉਹਨਾਂ ਬੇਨਤੀ ਕੀਤੀ, ਮਹਾਰਾਜ ਕਿੱਥੇ ਆਸਣ ਲਾਵਾਂ? ਹੁਕਮ ਹੋਇਆ, ਭਾਈ ਰੂਪੇ ਕੇ। ਜਰ ਕੇ ਰੱਖਣ ਵਾਲੀ ਵਸਤੂ ਹੈ, ਇਸ ਨੂੰ ਸੰਭਾਲੋ। ਜਰ ਕੇ ਜਾਂ ਬਰਦਾਸ਼ਤ ਕਰਕੇ ਰੱਖਣਾ। ਕਰਾਮਾਤ ਦਿਖਾਉਣ ਦਾ ਆਪ ਨੂੰ ਹੁਕਮ ਨਹੀਂ। ਇਹ ਸਾਰੀ ਸਿੱਖਿਆ ਤੇ ਬਖਸ਼ਿਸ਼ ਲੈ ਕੇ ਸੰਤ ਧੰਨਾ ਸਿੰਘ ਜੀ ਹੁਕਮ ਅਨੁਸਾਰ ਭਾਈ ਰੂਪੇ ਚਲੇ ਗਏ। ਬਾਕੀ ਦੀ ਜ਼ਿੰਦਗੀ ਦਾ ਸਾਰਾ ਸਮਾਂ ਭਾਈ ਰੂਪੇ ਦੇ ਸਥਾਨ ਤੇ ਹੀ ਬਤੀਤ ਕੀਤਾ। ਬਾਬਾ ਜੀ ਦਾ ਸੰਬੰਧ ਇਹਨਾਂ ਨਾਲ ਫਿਰ ਵੀ ਰਿਹਾ। ਨੇੜੇ ਦਿਸੈ ਮਾਤ ਲੋਕ, ਤੁਧ ਸੁਝੈ ਦੂਰ। ਮਨੁੱਖ ਨੂੰ ਅਗਲੇ 1 ਮਿੰਟ ਦਾ ਪਤਾ ਨਹੀਂ ਹੁੰਦਾ, ਪਰ ਸੰਤ ਮਹਾਤਮਾ ਦੂਰ ਦੇ ਸਮੇਂ ਦੀਆਂ ਭਵਿੱਖਤ ਦੀਆਂ ਜਾਣਦੇ ਹਨ। ਭੂਤਕਾਲ, ਬੀਤ ਗਿਆ ਸਮਾਂ ਜਾਂ ਪਿਛਲੇ ਨੇੜਲੇ ਸੰਬੰਧਾਂ ਬਾਰੇ ਤਾਂ ਮਹਾਂਪੁਰਖ ਹੀ ਜਾਣਦੇ ਹਨ। ਇਸ ਤਰ੍ਹਾਂ ਦੇ ਬਾਬਾ ਜੀ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਨਾਲ ਕੋਈ ਪਿਛਲੇ ਜਨਮਾਂ ਦੇ ਸੰਬੰਧ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਨ, ਜਿਸ ਕਰਕੇ ਆਪ ਦਾ ਮਿਲਾਪ ਬਾਬਾ ਜੀ ਨਾਲ ਸੰਤ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲਿਆਂ ਰਾਹੀਂ ਹੋਇਆ। ਮਹਾਂਪੁਰਖ ਦੀ ਜੀਵਨ ਕਥਾ ਲਿਖਣੀ ਇਨਸਾਨੀ ਬੁੱਧੀ ਤੋਂ ਬਾਹਰ ਹੈ, ਕਿਉਂਕਿ ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਨਹਿ ਤੇਤਾ ਬਖਿਆਨੈ ਹੈ। ਬਾਬਾ ਨੰਦ ਸਿੰਘ ਜੀ ਦਾ ਪ੍ਰਗਟ ਸਮਾਂ ਸੰਮਤ ਬਿਕਰਮੀ 1927 ਅੰਮ੍ਰਿਤ ਵੇਲੇ ਦਾ ਹੈ। ਪਿਤਾ ਜੀ ਬਾਬਾ ਜੈ ਸਿੰਘ ਜੀ ਅਤੇ ਮਾਤਾ ਸਦਾ ਕੌਰ ਜੀ ਦੇ ਘਰ ਚੰਨ ਚੜ੍ਹਿਆ ਸੀ। ਬਾਲ ਅਵਸਥਾ ਤੋਂ ਬਾਅਦ ਬਾਬਾ ਜੀ ਕੁਝ ਸਮਾਂ ਆਪਣੇ ਪਿਤਾ ਜੀ ਨਾਲ ਰਾਜਗੀਰੀ ਦਾ ਕੰਮ ਕਰਾਉਂਦੇ ਰਹੇ ਸਨ। ਇਹਨਾਂ ਦੇ ਕੰਮ ਬਾਰੇ 3 ਸਬੂਤ ਮਿਲੇ ਹਨ। ਕਿਰਪਾਲ ਸਿੰਘ ਦਲੀਪ ਸਿੰਘ ਦੇ ਪਿਤਾ ਬਾਬਾ ਕਪੂਰ ਸਿੰਘ ਗੌਲਕ, ਉਹਨਾਂ ਨੇ ਦੱਸਿਆ ਕਿ ਹਜ਼ੂਰ ਕਲੇਰਾਂ ਵਾਲਿਆਂ ਨੇ ਸਾਡਾ ਦਰਵਾਜ਼ਾ ਬਣਾਇਆ ਸੀ। ਜਗਰਾਓਂ ਮੰਡੀ ਵਾਲੇ ਦਰਵਾਜ਼ੇ ਨੂੰ ਵੀ ਆਪ ਜੀ ਦੇ ਕਰ ਕਮਲਾਂ ਦੀ ਛੂਹ ਪ੍ਰਾਪਤ ਹੋਈ। ਇੱਥੋਂ ਕੰਮ ਕਰਦੇ ਕਰਦੇ ਹਜ਼ੂਰ ਸਾਹਿਬ ਜਾਣ ਸਮੇਂ ਰਸਤੇ ਰੁੜਕੀ ਛਾਉਣੀ ਗੁਰਦੁਆਰਾ ਸਾਹਿਬ ਸੇਵਾ ਕੀਤੀ। ਸਿਰਫ ਸੱਚਖੰਡ ਹਜ਼ੂਰ ਸਾਹਿਬ ਪਹੁੰਚਣ ਵਾਸਤੇ ਕਿਰਾਇਆ ਤਿਆਰ ਕਰਨ ਲਈ 15 ਰੁਪਏ ਮਹੀਨੇ ਦੇ ਹਿਸਾਬ ਨਾਲ 10 ਮਹੀਨੇ ਤੇ 13 ਦਿਨ ਰੁੜਕੀ ਸੇਵਾ ਕੀਤੀ। ਸੰਗਤ ਜਾਣ ਨਹੀਂ ਦੇ ਰਹੀ ਸੀ। 100 ਰੁਪਏ ਹੋਰ ਵੀ ਆਪ ਜੀ ਨੂੰ ਭੇਟ ਕੀਤੇ, ਪਰ ਆਪ ਹਜ਼ੂਰ ਸਾਹਿਬ ਨੂੰ ਚਲੇ ਗਏ। ਡਰੋਲੀ ਭਾਈ ਨਗਰ ਵਿੱਚ ਘੁੰਮਣ ਸਿੰਘ ਸਾਹੂ ਕੇ ਪੱਤੀ ਭਾਈ ਦੇ ਦਰਵਾਜ਼ੇ ਦੀ ਸਾਰੀ ਕੀਤੀ। ਇਸ ਤੋਂ ਬਾਅਦ ਹੁਕਮ ਅਨੁਸਾਰ ਕੰਮ ਤਿਆਗ ਦਿੱਤਾ। ਜਿਵੇਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਿਉਂਕਿ ਇਹ ਅਵਸਥਾ ਬਣ ਗਈ ਸੀ। ਭਾਈ ਸਾਹਿਬ ਡਰੋਲੀ ਦੱਸਦੇ ਸਨ
ਕਿ ਕਲੀਰਾਂ ਵਾਲੇ ਹਜ਼ੂਰ ਫਰਮਾਇਆ ਕਰਦੇ ਸਨ ਕਿ ਜਦੋਂ ਅਸੀਂ ਕੰਮ ਕਰਦੇ ਸੀ ਤਾਂ ਸਾਡੀਆਂ ਕੁਝ ਸ਼ਰਤਾਂ ਘਰ ਦੇ ਮਾਲਕ ਨੂੰ ਸਮਝਾਈਆਂ ਹੁੰਦੀਆਂ ਸਨ, ਜਿਵੇਂ ਕਿ ਕੋਈ ਰਾਜ ਮਜ਼ਦੂਰ ਸਾਡੇ ਨਾਲ ਫਾਲਤੂ ਗੱਲ ਨਾ ਕਰੇ, ਜਦ ਕੋਈ ਚੀਜ਼ ਮੰਗੀਏ ਛੇਤੀ ਹਾਜ਼ਰ ਹੋਵੇ, ਅਸੀਂ ਕੰਮ ਤੇ ਪਛੜ ਕੇ ਆਇਆ ਕਰਾਂਗੇ, ਜਦ ਆਉਣਾ ਕੰਮ ਓਨਾ ਹੀ ਕਰ ਦੇਣਾ, ਕੰਮ ਦੀ ਮਜ਼ਦੂਰੀ ਘੱਟ ਲਵਾਂਗੇ। ਸੱਚਖੰਡ ਸ਼੍ਰੀ ਅਬਚਲ ਨਗਰ ਪਹੁੰਚ ਕੇ ਹਜ਼ੂਰ ਨੇ ਅੰਮ੍ਰਿਤਪਾਨ ਕਰਕੇ ਅੰਗੀਠੀ ਦੇ ਇਸ਼ਨਾਨ ਲਈ ਜਲਦੀ ਸੇਵਾ ਹੈੱਡ ਗ੍ਰੰਥੀ ਮਾਨ ਸਿੰਘ ਤੋਂ ਮਨਜ਼ੂਰ ਕਰਵਾ ਲਈ ਅਤੇ ਨਾਲ ਹੀ ਲੰਗਰ ਦੀ ਸੇਵਾ ਕਰਨੀ। 1 ਸਾਲ ਡੇਢ ਪਹਿਰ ਰਹਿੰਦੀ। ਰਾਤ ਨੂੰ ਅੰਗੀਠਾ ਸਾਹਿਬ ਦੇ ਇਸ਼ਨਾਨ ਕਰਾਉਣ ਲਈ ਗੋਦਾਵਰੀ ਨਦੀ ਵਿੱਚੋਂ ਜਲ ਲੈ ਕੇ ਆਉਣਾ। ਇਸ ਸੇਵਾ ਦੌਰਾਨ ਆਪ ਜੀ ਨੂੰ 2 ਵਾਰ ਸਤਿਗੁਰਾਂ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋਏ। ਇੱਕ ਵਾਰ ਬਾਬਾ ਜੀ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਕੀਰਤਨ ਸਰਵਣ ਕਰ ਰਹੇ ਸਨ। ਅਚਾਨਕ ਇੱਕ ਲੜਕਾ ਹਜ਼ੂਰ ਦੇ ਇੱਕ ਵਾਰ ਸੱਜੇ ਇੱਕ ਵਾਰ ਖੱਬੇ ਪਾਸੇ ਨਾਲ ਖਹਿ ਕੇ ਲੰਘਿਆ। ਕਈ ਵਾਰ ਅੱਗੇ ਪਿੱਛੇ ਹੋ ਕੇ ਸਮਾਧੀ ਸਥਿਤ ਹੋਏ, ਪਰ ਜਿੱਥੇ ਵੀ ਬੈਠਣ ਉਹ ਬਾਲਕ ਉੱਥੇ ਹੀ ਚਲਾ ਜਾਵੇ। ਮਨ ਵਿੱਚ ਖਿਆਲ ਆਇਆ ਕਿ ਹੁਣ ਆਇਆ ਤਾਂ ਘੂਰ ਦਿਆਂਗੇ। ਆਪ ਨੀਵੀਂ ਪਾਈ ਬੈਠੇ ਸਨ ਤਾਂ ਦੇਵੀ ਬਾਲਕ ਆ ਗਿਆ। ਆਪ ਨੇ ਥੋੜ੍ਹੀ ਨਿਗਾਹ ਉਤਾਂਹ ਕਰਕੇ ਤੱਕਿਆ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਰੂਪ ਨਜ਼ਰ ਆਇਆ। ਕੁਝ ਸਕਿੰਟਾਂ ਬਾਅਦ ਦਸ਼ਮੇਸ਼ ਪਿਤਾ, ਫਿਰ ਅਖੀਰ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੋ ਗਏ। ਆਪ ਜੀ ਨੇ ਚਰਨਾਂ 'ਤੇ ਨਮਸਕਾਰ ਕੀਤੀ, ਅੱਗੇ ਹੱਸ ਕੇ ਬਚਨ ਕੀਤਾ, ਅਸੀਂ ਕਿਸ ਨਾਲ ਖੇਡੀਏ, ਸਾਡਾ ਖੇਡਣ ਨੂੰ ਚਿੱਤ ਕਰਦਾ ਸੀ। ਦੂਸਰੀ ਵਾਰ ਫਿਰ ਡੇਢ ਪਹਿਰ ਰਾਤ ਰਹਿੰਦੇ ਆਪ ਜਲਦੀ ਗਾਗਰ ਸੀਸ 'ਤੇ ਟਿਕਾਈ ਵਾਪਸ ਆ ਰਹੇ ਸਨ ਤਾਂ ਦਸਮ ਪਿਤਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ। ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਪਹਿਲਾਂ ਆਪ ਜੀ ਨੇ ਸਮਝਿਆ ਕਿ ਦਿਨ ਚੜ੍ਹ ਗਿਆ, ਪਰ ਇਹ ਨਹੀਂ ਹੋਇਆ ਸੀ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਰੂਪ ਦਸ਼ਮੇਸ਼ ਪਿਤਾ ਦੇ ਸਰੂਪ ਵਿੱਚ ਸਾਹਮਣੇ ਹੋ ਗਿਆ। ਨਿਰਗੁਣ ਤੇ ਸਰਗੁਣ ਥੀਆ। ਉਹ ਸਤਿਗੁਰਾਂ ਦਾ ਸਰੂਪ ਇੰਨਾ ਪ੍ਰਭਾਵਸ਼ਾਲੀ ਸੀ ਕਿ ਝੱਲਿਆ ਨਹੀਂ ਜਾ ਰਿਹਾ ਸੀ। ਬਾਬਾ ਜੀ ਆਨੰਦ ਵਿੱਚ ਹੋ ਗਏ। ਨਮਸਕਾਰ ਕਰਨ ਸਮੇਂ ਸੀਸ ਉੱਪਰ ਰੱਖੀ ਗਾਗਰ ਦਾ ਵੀ ਖਿਆਲ ਭੁੱਲ ਗਏ, ਕਿਉਂਕਿ ਸੁੱਧ ਬੁੱਧ ਵਿਸਰ ਗਈ। ਐਨੇ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਆਵਾਜ਼ ਦੇ ਕੇ ਬਚਨ ਕੀਤਾ, ਮਾਲਵੇ ਦਮਦਮੇ ਸਾਹਿਬ ਪਹੁੰਚ ਕੇ ਪੜ੍ਹਾਈ ਕਰੋ। ਇਹ ਦਸ਼ਮੇਸ਼ ਪਿਤਾ ਦਾ ਇਸ਼ਾਰਾ ਦੁਨਿਆਵੀ ਪੜ੍ਹਾਈ ਵੱਲ ਨਹੀਂ ਸੀ, ਇਹ ਤਾਂ ਮਿਲਾਪ ਕਰਵਾਉਣਾ ਸੀ। ਪੁੱਚੋ ਵਾਲੇ ਸੰਤ ਬਾਬਾ ਜੀ ਮਹਾਰਾਮ ਸਿੰਘ ਜੀ ਨਾਲ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ। 1908 ਈਸਵੀ 1 ਸਾਲ 13 ਦਿਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੇਵਾ ਕਰਨ ਉਪਰੰਤ ਬਾਬਾ ਨੰਦ ਸਿੰਘ ਜੀ ਹੁਕਮ ਅਨੁਸਾਰ ਅਬਚਲ ਨਗਰ ਤੋਂ ਚੱਲ ਕੇ ਦਮਦਮਾ ਸਾਹਿਬ ਪਹੁੰਚ ਗਏ। ਪਰ ਇੱਥੋਂ ਕਈ ਕਾਰਨਾਂ ਕਰਕੇ ਮਨ ਉਚਾਟ ਹੋ ਗਿਆ। ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਮਨਜ਼ੂਰ ਹੋਈ। ਹੁਕਮ ਆਇਆ, ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਪਾਸ ਪਹੁੰਚੋ। ਦਰਗਾਹੀ ਆਕਾਸ਼ ਬਾਣੀ ਦੇ ਹੁਕਮ ਨੂੰ ਸਤ ਬਚਨ ਕਹਿ ਕੇ ਲਹਿਰੇ ਖਾਨੇ ਵੱਲ ਚੱਲ ਪਏ। ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਦੇ ਅਸਥਾਨ 'ਤੇ ਪਹੁੰਚ ਕੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ। ਹਜ਼ੂਰ ਸਾਹਿਬ ਤੋਂ ਦਮਦਮਾ ਸਾਹਿਬ ਆਉਣ ਅਤੇ ਉੱਥੋਂ ਦਰਗਾਹੀ ਹੁਕਮ ਦੀ ਵਿਥਿਆ ਸੁਣਾ ਕੇ ਆਪ ਜੀ ਨੇ ਸੰਤਾਂ ਨੂੰ ਵਿੱਦਿਆ ਪੜ੍ਹਾਉਣ ਲਈ ਬੇਨਤੀ ਕੀਤੀ। ਸੰਤ ਵਧਾਵਾ ਸਿੰਘ ਜੀ ਗੁਰਮੁਖੀ ਦੇ ਪਹਿਲੇ 5 ਅੱਖਰ ਆਪਣੇ ਪਵਿੱਤਰ ਹੱਥ ਨਾਲ ਬਾਬਾ ਜੀ ਹੱਥ ਪਕੜ ਕੇ ਊੜਾ ਐੜਾ ਈੜੀ ਸੱਸਾ ਹਾਹਾ
5 ਵਾਰ ਬੁਲਾ ਕੇ ਫਿਰ ਲਿਖਵਾਏ। 5 ਵਾਰੀ ਅਖੀਰ ਬਚਨ ਕੀਤਾ, ਤੇਰਾ ਕੱਟਿਆ ਜਮਾ ਨਾ ਫਾਹਾ। ਪੁਰਾਤਨ ਮਹਾਂਪੁਰਖ ਵੀ ਇਹ ਬਚਨ ਕਰਦੇ ਸਨ ਕਿ ਜਮਾ ਦਾ ਫਾਹਾ ਸਿਮਰਨ ਕਰਨ ਨਾਲ, ਸਾਧੂ ਦੀ ਸੇਵਾ ਕਰਨ ਨਾਲ ਕੱਟਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਤਨੇਮ ਦੀ ਤਾਕੀਦ ਹੋ ਜਾਂਦੀ ਸੀ। ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਤਾਂ ਪਹਿਲਾਂ ਹੀ ਸਿਮਰਨ ਬਹੁਤ ਕਰਦੇ ਸਨ। ਉਹਨਾਂ ਨੇ ਤਾਂ ਸਿਮਰਨ ਸਿਦਕ, ਭਰੋਸੇ ਅਤੇ ਨਿਮਰਤਾ ਦੀਆਂ ਮਿਸਾਲਾਂ ਦੁਨੀਆ ਅੰਦਰ ਕਾਇਮ ਕੀਤੀਆਂ ਹਨ। ਇਸੇ ਹੀ ਤਰ੍ਹਾਂ ਬਾਬਾ ਜੀ ਦੀ ਹਜ਼ੂਰੀ ਸੇਵਾ ਦੀ ਮਿਸਾਲ ਬਾਬਾ ਈਸ਼ਰ ਸਿੰਘ ਜੀ ਨੇ ਕਾਇਮ ਕੀਤੀ, ਜੋ ਦੁਨੀਆ 'ਚ ਹੋਰ ਸਾਧੂ ਸੰਪਰਦਾਏ ਅੰਦਰ ਘੱਟ ਮਿਲਦੀ ਹੈ। ਹੁਣ ਬਾਬਾ ਜੀ ਨੇ ਪੜ੍ਹਾਈ ਸ਼ੁਰੂ ਕੀਤੀ, ਜਿਵੇਂ ਪਾਧਾ ਗੁਰਮੁਖ ਆਖੀਐ, ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹਿ, ਲਾਹਾ ਜਗ ਮਹਿਲੇ। ਉੱਪਰਲੀ ਅਵਸਥਾ ਵਿੱਚ ਸੰਤ ਵਧਾਵਾ ਸਿੰਘ ਜੀ ਸਨ, ਜੋ ਸਭ ਨੂੰ ਉਪਦੇਸ਼ ਕਰਦੇ ਸਨ। ਊੜਾ ਐੜਾ ਈੜੀ ਪੜ੍ਹਨ ਦੀ ਪੜ੍ਹਾਈ ਤਾਂ ਇੱਕ ਬਹਾਨੇ ਮਾਤਰ ਸੀ। ਅਸਲੀ ਪੜ੍ਹਾਈ ਤਾਂ ਇਹ ਸੀ, ਸੱਚੀ ਪੱਟੀ ਸੱਚ ਮਨ, ਪੜ੍ਹੀਏ ਸ਼ਬਦ ਸੁਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲਹਾਰ। ਬਾਬਾ ਜੀ ਨੂੰ ਜਿਤਨੀ ਸੇਵਾ ਮਿਲਣੀ ਕਰ ਲੈਣੀ ਅਤੇ ਬਾਕੀ ਸਮਾਂ ਇਕਾਂਤ ਵਿੱਚ ਬੈਠ ਕੇ ਬਤੀਤ ਕਰਨਾ। ਇੱਥੇ ਕਰੀਰ ਝਾੜ ਬਹੁਤ ਸਨ। ਇੱਕ ਬਹੁਤ ਵੱਡਾ ਸੱਪ ਰਹਿੰਦਾ ਸੀ, ਇਸ ਕਰਕੇ ਝਾੜ ਬਹੁਤ ਸਨ। ਇਸ ਕਰਕੇ ਉੱਥੇ ਕੋਈ ਨਹੀਂ ਜਾਂਦਾ ਸੀ। ਸੰਤ ਵਧਾਵਾ ਸਿੰਘ ਬਾਬਾ ਨੰਦ ਸਿੰਘ ਜੀ ਦੀ ਬਿਰਤੀ ਵੇਖ ਕੇ ਅਚਰਜ ਰਹਿੰਦੇ ਸਨ। ਇੱਕ ਦਿਨ ਸੰਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠੇ ਸਨ ਕਿ ਬਾਬਾ ਜੀ ਵੀ ਆ ਗਏ। ਨਮਸਕਾਰ ਕਰਨ ਉਪਰੰਤ ਨਿਮਰਤਾ ਸਹਿਤ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਦਾਸ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ। ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਅੰਦਰ ਲੈ ਗਏ ਅਤੇ ਰੁਮਾਲਾ ਚੁੱਕ ਕੇ ਕਹਿਣ ਲੱਗੇ, ਲਾਓ ਕਰ ਲਓ ਦਰਸ਼ਨ। ਬਾਬਾ ਜੀ ਨੇ ਬੇਨਤੀ ਕੀਤੀ, ਦਾਸ ਨੂੰ ਆਪਣੀ ਉਂਗਲੀ ਨਾਲ ਸਮਝਾ ਕੇ ਪਾਠ ਕਰਾਓ। ਮੁੱਢ ਤੋਂ ਸਿੱਖਿਆ ਦਿਓ। ਲਹਿਰੇ ਵਾਲਿਆਂ ਨੂੰ ਮੁੱਢ ਤੋਂ ਸਿੱਖਿਆ ਨਾਲ 5 ਪੌੜੀਆਂ ਪੜ੍ਹਾਈਆਂ। ਬਾਅਦ ਵਿੱਚ ਸੰਤਾਂ ਨੇ ਹੁਕਮਨਾਮਾ ਲਿਆ। ਸੋਰਠ ਦੀ ਵਾਰ ਦਾ ਸਲੋਕ ਸੀ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਬਾਬਾ ਜੀ ਨੇ ਪਿੱਛੇ ਇੱਕ ਹੀ ਪੰਕਤੀ ਪੜ੍ਹੀ ਤੇ ਵੈਰਾਗ ਨਾਲ ਨੇਤਰਾਂ ਦਾ ਨੀਰ ਗੰਗਾ ਜਮਨਾ ਦੀ ਤਰ੍ਹਾਂ ਵਹਿ ਤੁਰਿਆ। ਛੇਤੀ ਨਾਲ ਬਾਹਰ ਚਲੇ ਗਏ। ਕੁਝ ਸਮਾਂ ਬੀਤ ਜਾਣ ਬਾਅਦ ਫਿਰ ਇੱਕ ਦਿਨ ਇਵੇਂ ਹੀ ਹੋਇਆ। ਸ਼ਬਦ ਪੜ੍ਹਿਆ, ਸਤਿਗੁਰ ਸਾਜਨ ਪੁਰਖ ਵਡ ਪਾਇਆ, ਹਰ ਰਸਕ ਰਸਕ ਫਲ ਲਾਗੇ ਬਾ। ਇਹ ਸ਼ਬਦ ਸੁਣ ਕੇ ਹਜ਼ੂਰ ਬਾਬਾ ਜੀ ਉੱਥੇ ਨਾ ਠਹਿਰ ਸਕੇ, ਬਾਹਰ ਨੂੰ ਚਲੇ ਗਏ। ਬਾਬਾ ਜੀ ਦੀ ਇਹ ਅਵਸਥਾ ਦੇਖ ਕੇ ਸੰਤ ਵਧਾਵਾ ਸਿੰਘ ਜੀ ਸੋਚਣ ਲੱਗੇ ਕਿ ਜਿਹੜੀ ਪੜ੍ਹਾਈ ਇਹਨਾਂ ਪੜ੍ਹਨੀ ਹੈ ਉਹ ਤਾਂ ਪੁੱਛੋ ਵਾਲੇ ਬਾਬਾ ਜੀ ਹੀ ਪੜ੍ਹਾ ਸਕਦੇ ਹਨ। ਕੁਝ ਅਰਸੇ ਬਾਅਦ ਸੰਤ ਵਧਾਵਾ ਸਿੰਘ ਜੀ ਨੇ ਬਾਬਾ ਜੀ ਦਾ ਨਾਮ ਪੁੱਛਿਆ ਤਾਂ ਬਾਬਾ ਜੀ ਨੇ ਆਪਣਾ ਨਾਮ ਸੰਗਤ ਸਿੰਘ ਦੱਸਿਆ। ਪਰ ਸੰਤਾਂ ਨੇ ਹੁਕਮਨਾਮਾ ਲਿਆ ਤੇ ਸ਼ਬਦ ਆਇਆ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਇਹ ਸ਼ਬਦ ਦੇ ਆਧਾਰ ਤੇ ਆਪ ਜੀ ਦਾ ਨਾਮ ਨੰਦ ਸਿੰਘ ਰੱਖਿਆ। ਫਿਰ ਅੱਖਰ ਐੜਾ ਅੱਗੇ ਲਾਇਆ ਸੀ ਬਾਬਾ ਮਹਾਹਰਨਾਮ ਸਿੰਘ ਜੀ ਮਹਾਰਾਜ ਨੇ। ਕੁਝ ਦਿਨਾਂ ਬਾਅਦ ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਨਾਲ ਲੈ ਕੇ ਭੁੱਚੋ ਪਹੁੰਚ ਗਏ। ਇਸ ਵੇਲੇ 5 ਸਿੰਘ ਹਰੀ ਸਿੰਘ ਨਿਹੰਗ, ਭਗਵਾਨ ਸਿੰਘ, ਪੰਡਿਤ ਕਿਸ਼ਨ ਸਿੰਘ ਸੰਤ ਵਧਾਵਾ ਸਿੰਘ ਜੀ ਦੇ ਰੂਪ ਵਿੱਚ ਸਨ। ਰਸਤੇ ਵਿੱਚ ਹਰੀ ਸਿੰਘ ਨਿਹੰਗ ਪੁੱਛਣ ਲੱਗਾ, ਆਪਾਂ ਭੁੱਚੋ ਜਾ ਰਹੇ ਹਾਂ, ਪਰ ਉਹਨਾਂ ਪ੍ਰਤੀ ਮੇਰੇ ਅੰਦਰ ਕੁਝ ਸ਼ੰਕੇ ਹਨ। ਸੰਤ ਵਧਾਵਾ ਸਿੰਘ ਜੀ ਨੇ ਕਿਹਾ, ਸਿੰਘਾ ਮਹਾਂਪੁਰਖਾਂ ਪ੍ਰਤੀ ਕੋਈ ਸ਼ੰਕਾ ਨਹੀਂ ਕਰੀਦਾ, ਉਹ ਤਾਂ ਸਮਰੱਥ ਹਨ, ਆਪ ਪਰਮੇਸ਼ਰ ਰੂਪ ਹਨ।
ਮੈਂ ਤਾਂ ਹੀ ਮੰਨਾਂਗਾ ਜੇ ਮੇਰਾ ਨਾਮ ਲੈ ਕੇ ਬੁਲਾਉਣਗੇ, ਹਰੀ ਸਿੰਘ ਨੇ ਕਿਹਾ। ਪਰ ਇਸ ਨੂੰ ਫਿਰ ਅੱਗੋਂ ਆਖਿਆ, ਹੁਣ ਨਿਹੰਗ ਤੇ ਸਾਥੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦਿੰਦੇ ਜਾ ਰਹੇ ਹਨ, ਜਿਵੇਂ ਨਦੀ ਦਾ ਪਾਣੀ ਧਰਤੀ ਦੀ ਹਿੱਕ ਤੇ ਗੜਗੜਾਹਟ ਪਾਉਂਦਾ ਆਵਾਜ਼ ਦਿੰਦਾ ਜਾ ਰਿਹਾ ਹੁੰਦਾ ਹੈ, ਪਰ ਸਮੁੰਦਰ ਵਿੱਚ ਜਾ ਕੇ ਆਪਣੀ ਪਛਾਣ ਵੀ ਨਹੀਂ ਰੱਖ ਸਕਦਾ। ਇਸੇ ਤਰ੍ਹਾਂ ਹਰੀ ਸਿੰਘ ਨਦੀ ਦੇ ਪਾਣੀ ਦੀ ਤਰ੍ਹਾਂ ਆਵਾਜ਼ਾਂ ਦਿੰਦੇ ਜਾ ਰਹੇ ਹਨ। ਸਮੁੰਦਰ ਵਰਗੀ ਵਿਸ਼ਾਲ ਤਾਕਤ ਬਾਬਾ ਮਹਾਂ ਹਰਨਾਮ ਸਿੰਘ ਜੀ ਵੱਲ ਜਿਵੇਂ ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ। ਪੁੱਜੋ ਪਹੁੰਚ ਕੇ ਸੰਤਾਂ ਨੇ ਸੇਵਾਦਾਰ ਨੂੰ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਕਿਹਾ ਕਿ ਲਹਿਰੇ ਖਾਨੇ ਵਾਲੇ ਸੰਤ ਵਧਾਵਾ ਸਿੰਘ ਤੇ ਉਹਨਾਂ ਦੇ ਸੰਗੀ ਦਰਸ਼ਨ ਕਰਨ ਆਏ ਹਨ, ਆਗਿਆ ਹੈ। ਸੇਵਕ ਨੇ ਜਾ ਕੇ ਬੇਨਤੀ ਕੀਤੀ। ਹਜ਼ੂਰ ਨੇ ਹੁਕਮ ਦਿੱਤਾ, ਆਉਣ ਦਿਓ। ਆਗਿਆ ਮਿਲਣ ਤੇ ਸੰਤ ਵਧਾਵਾ ਸਿੰਘ ਜੀ ਅੱਗੇ ਹੋ ਗਏ ਤੇ ਬਾਕੀ ਪਿੱਛੇ ਹੋ ਟਿੱਲੇ ਉੱਪਰ ਚੜ੍ਹਨ ਲੱਗੇ। ਹਜ਼ੂਰ ਆਸਣ ਤੋਂ ਉੱਠ ਕੇ ਬਾਹਰ ਆ ਗਏ ਤਾਂ ਆਉਂਦਿਆਂ ਹੀ ਬਚਨ ਕੀਤਾ, ਵਧਾਵਾ ਸਿੰਘ, ਆਗਿਆ ਹੈ। ਫਿਰ ਹਰੀ ਸਿੰਘ ਵੱਲ ਮੁਖਾਤਿਬ ਹੋ ਕੇ ਬਚਨ ਕੀਤਾ। ਸੰਤ ਵਧਾਵਾ ਸਿੰਘ ਜੀ ਦੇ ਨਮਸਕਾਰ ਕਰਨ ਤੋਂ ਪਹਿਲਾਂ ਹੀ ਹਰੀ ਸਿੰਘ ਨਿਹੰਗ ਚਰਨਾਂ ਤੇ ਟਹਿ ਪਿਆ ਤੇ ਕੁਝ ਸਮਾਂ ਚੁੱਪ ਵਰਤੀ ਰਹੀ। ਫਿਰ ਹਜ਼ੂਰ ਨੇ ਬਾਬਾ ਨੰਦ ਸਿੰਘ ਵੱਲ ਤੱਕ ਕੇ ਬਚਨ ਕੀਤਾ, ਸ਼ੁੱਧ ਹੈ, ਸਾਡਾ ਬੰਦਾ ਸਾਡੇ ਕੋਲ ਪਹੁੰਚ ਗਿਆ ਹੈ। ਹੁਣ ਅਸੀਂ ਇਹ ਜਾਣਦੇ ਹਾਂ। ਬਾਬਾ ਜੀ ਨੰਦ ਸਿੰਘ ਜੀ ਵੱਲ ਇਸ਼ਾਰਾ ਸੀ, ਅਸੀਂ ਕਦੋਂ ਦੇ ਆਏ ਹੋਏ ਹਾਂ, ਤੂੰ ਇੰਨਾ ਚਿਰ ਕਿੱਥੇ ਰਿਹਾ, ਆਉਣਾ ਤਾਂ ਪਹਿਲਾਂ ਚਾਹੀਦਾ ਸੀ। ਅੱਗੋਂ ਬਾਬਾ ਨੰਦ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ, ਸਭ ਕੁਝ ਆਪਦੇ ਹੱਥ ਹੈ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਆਗਿਆ ਮਿਲਣ ਤੋਂ ਬਾਅਦ ਸੰਤ ਵਧਾਵਾ ਸਿੰਘ ਜੀ ਤੇ ਹਰੀ ਸਿੰਘ ਲਹਿਰੇ ਖਾਨੇ ਨੂੰ ਚੱਲ ਪਏ। ਰਸਤੇ ਵਿੱਚ ਸੰਤਾਂ ਨੂੰ ਹਰੀ ਸਿੰਘ ਨੂੰ ਪੁੱਛਿਆ, ਸ਼ੰਕੇ ਦੂਰ ਹੋ ਗਏ? ਮਹਾਰਾਜ, ਮੈਂ ਤਾਂ ਭੁੱਲ ਹੀ ਸੀ, ਇੱਥੇ ਤਾਂ ਸਭ ਕੁਝ ਹੋਰ ਹੀ ਵੇਖਿਆ ਹੈ। ਇਹ ਤਾਂ ਪਰਮੇਸ਼ਰ ਦਾ ਰੂਪ ਆਪ ਛਿਪੇ ਬੈਠੇ ਹਨ, ਨਿਹੰਗ ਸਿੰਘ ਨੇ ਉੱਤਰ ਦਿੱਤਾ। ਸੰਤ ਵਧਾਵਾ ਸਿੰਘ ਜੀ ਨੇ ਬਚਨ ਕੀਤਾ, ਹਰੀ ਸਿੰਘ, ਇਹ ਪੂਰਨ ਕਰਤੇ ਪੁਰਖ ਦਾ ਸਰੂਪ ਹਨ, ਇਹ ਤਾਂ ਦੁਨੀਆ ਦੇ ਭਲੇ ਲਈ ਆਏ ਹਨ। ਇਹ ਸਰਵ ਸ਼ਕਤੀਮਾਨ ਦੁਨੀਆ ਨੂੰ ਅੰਧਕਾਰ ਤੋਂ ਕੱਢਣ ਲਈ ਆਪਣੇ ਬੋਲਾਂ, ਕਰਮਾਂ ਤੇ ਵਿਚਾਰਾਂ ਦੀ ਰੋਸ਼ਨੀ ਲੈ ਕੇ ਆਏ ਹਨ। ਇਹਨਾਂ ਦੀ ਉਸਤਤੀ ਕਹਿਣ ਸੁਣ ਤੋਂ ਵੀ ਉਚੇਰੀ ਹੈ। ਆਪਣੀ ਗਤ ਆਪ ਹੀ ਜਾਣਦੇ ਹਨ। ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ।